ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰੇ ਉਤਾਰਨ ਕੋ। ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗੇ ਆਇਓ। ਸ਼੍ਰੀ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸੁਭ ਵੰਸ ਪ੍ਰਧਾਨਾ। ਜੇਤੇ ਪੂਰਬ ਪਠੇ ਦੀ ਆਇਸ, ਤੇ ਸਭ ਆਪਨ ਮਤ ਉਰਜਾਨਾ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤ ਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਨ। ਮੂਰਤ ਪੰਚ ਪਰਮਾਣ ਪੁਰਖ, ਗੁਰ ਅਰਜੁਨ ਭਿਖੋ ਨੈਨ। ਮੂਰਤ ਪੰਚ ਪਰਮਾਨ ਪੁਰਖ, ਗੁਰ ਅਰਜੁਨ ਭਿਖੋ ਨੈਨ। ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਨੋ ਸੋ ਸਿੱਖ ਨਾਹਿ ਹਮਾਰਾ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਨਾਵਾਂ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਆਪ ਸਰਬੱਤ ਸੰਗਤਾਂ ਹਜੂਰ ਦੀ ਹਜੂਰੀ ਵਿੱਚ ਸੱਜ ਬੈਠੇ ਹੋ। ਆਪਣੇ ਕੀਮਤੀ ਅਮੁੱਲਕ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ। ਅੱਜ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦਾ ਗੁਰਤਾ ਗੱਦੀ ਗੁਰਪੁਰਬ ਦਿਵਸ ਹੈ। ਆਪ ਸਰਬੱਤ ਸੰਗਤਾਂ ਹਜੂਰ ਦੀ ਹਜੂਰੀ ਦਾ ਆਨੰਦ ਮਾਣ ਰਹੇ ਹੋ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਧੰਨ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਉਹਨਾਂ ਗੁਰਸਿੱਖਾਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ ਜੋ ਹਜੂਰ ਦੇ ਗੁਰਪੁਰਬ ਬੜੇ ਭਾਏ ਤੇ ਭਗਤੀ ਨਾਲ ਮਨਾਉਂਦੇ ਹੋ। ਆਓ ਸਾਧ ਸੰਗਤ ਜੀ, ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦਾ ਅਵਤਾਰ, ਧੰਨ ਕੀਰਤਪੁਰ ਸਾਹਿਬ ਜੀਆਂ ਦੀ ਧਰਤੀ, ਬਾਬਾ ਗੁਰਦਿੱਤਾ ਜੀ, ਧੰਨ ਮਾਤਾ ਨਿਹਾਲ ਕੌਰ ਦੀ ਪਾਵਨ ਕੁੱਖ ਤੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਅੱਜ ਦੇ ਦਿਨ ਸਾਧ ਸੰਗਤ ਜੀ, ਜਿਸ ਸਮੇਂ ਧਰਮਵੀਰ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੁਰਸਿੱਖ ਸੰਗਤਾਂ ਸਾਧ ਸੰਗਤ ਜੀ ਗੁਰਦੁਆਰਾ ਸੀਸ ਮਹਿਲ ਵਿਖੇ ਜਿਸ ਤਰ੍ਹਾਂ ਸਿੱਖ ਸੰਗਤਾਂ ਸੱਜ ਬੈਠੀਆਂ ਹਨ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਜੋਤੀ ਜੋਤ ਸਮਾਉਣ ਬਾਰੇ ਸੰਗਤਾਂ ਨੂੰ ਜਿਸ ਸਮੇਂ ਪਤਾ ਲੱਗਾ ਹੈ ਤਾਂ ਹੁਣ ਸੰਗਤਾਂ ਦੇਖਦੀਆਂ ਹਨ, ਹਜੂਰ ਸਾਨੂੰ ਕਿਹਦੇ ਲੜ ਲਾ ਚੱਲੇ ਹਨ। ਇਸ ਕਲਯੁਗ ਦੇ ਭਾਰੀ ਸਮੇਂ ਵਿੱਚ ਜਿਸ ਤਰ੍ਹਾਂ ਪਿਛਲੇ ਸਤਿਗੁਰੂ 5 ਪੈਸੇ ਤੇ ਨਾਰੀਅਲ ਭੇਟ ਕਰਕੇ ਅੱਗੇ ਗੁਰਤਾ ਗੱਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਸਥਾਪਨ ਕਰਿਆ ਕਰਦੇ ਸਨ, ਹੁਣ ਹਜੂਰ ਕਿਹਨਾਂ ਨੂੰ ਗੁਰਤਾ ਗੱਦੀ ਦੇ ਚੱਲੇ ਹਨ। ਸੰਗਤਾਂ ਦੇ ਮਨ ਵਿੱਚ ਪ੍ਰਸ਼ਨ ਹਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਹਨ। ਹਜੂਰ ਦੇ ਨਾਲ ਬੜੇ ਭਾਰੀ ਸੂਰਮੇ ਸ਼ਸਤਰਧਾਰੀ ਜਿਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਆਦਿਕ ਮਹਾਨ ਸੂਰਮੇ ਹਜੂਰ ਦੇ ਨਾਲ ਹਨ। ਤਾਂ ਸਾਧ ਸੰਗਤ ਜੀ ਜਿਸ ਸਮੇਂ ਹਜੂਰ ਆਉਂਦੇ ਹਨ, ਸੰਗਤਾਂ ਨਾਲ ਹਜੂਰ ਦੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੋ ਦੁਨਿਆਵੀ ਤੌਰ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪੋਤਰੇ ਲੱਗਦੇ ਹਨ। ਹਜੂਰ ਨੇ ਤਖਤ ਤੇ ਬਿਠਾ ਦਿੱਤਾ ਹੈ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਨੂੰ। ਹਜੂਰ ਨੇ 5 ਪੈਸੇ ਤੇ ਨਾਰੀਅਲ ਭੇਟ ਕਰਕੇ 4 ਪਰਿਕਰਮਾ ਕੀਤੀਆਂ ਹਨ ਮਹਾਰਾਜ ਜੀਆਂ ਨੇ। ਦੁਨੀਆ ਦੇਖਦੀ ਹੈ ਕਿ ਸਾਧ ਸੰਗਤ ਜੀ ਰਿਸ਼ਤੇ ਦੇ ਵਿੱਚ ਪੋਤਰੇ ਨੂੰ ਮੱਥਾ ਟੇਕਿਆ ਹੈ ਹਜੂਰ ਨੇ। ਇਹ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਰੀਤ ਚਲਾਈ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਗੁਰਤਾ ਗੱਦੀ ਗੁਰਪੁਰਬ ਹੈ। ਆਪ ਸਰਬੱਤ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ। ਹਜੂਰ ਦਾ ਇਤਿਹਾਸ ਬੇਅੰਤ ਜ਼ਿਕਰ ਆਉਂਦਾ ਹੈ। ਕੰਗਾਲਾਂ ਨੂੰ ਹਜੂਰ ਨੇ ਬਚਨਾਂ ਦੇ ਨਾਲ ਪਾਤਸ਼ਾਹੀਆਂ ਬਖਸ਼ ਦਿੱਤੀਆਂ ਸੀ। ਜੇ ਕੋਈ ਦੀਨ ਬਣ ਕੇ ਹਜੂਰ ਕੇ ਪਾਸ ਆਉਂਦਾ ਸੀ, ਹਜੂਰ ਜੇ ਸੁਤੇ ਹੀ ਬਚਨ ਕਰ ਦਿੰਦੇ ਸੀ, ਤੇਰੇ ਘੋੜੇ ਯਮੁਨਾ ਤੋਂ ਜਲ ਛਕਿਆ ਕਰਨਗੇ। ਅੱਜ ਇਹ ਨਾਭੇ ਪਟਿਆਲੇ ਜਿੰਨੀਆਂ ਵਿਰਾਸਤਾਂ ਹਨ, ਇਹ ਹਜੂਰ ਦੇ ਬਚਨਾਂ ਨਾਲ ਉਹਨਾਂ ਨੂੰ ਮਿਲੀਆਂ ਸੀ। ਇੱਥੋਂ ਤੀਕਰ ਸਾਧ ਸੰਗਤ ਜੀ ਹਜੂਰ ਨੇ ਕਈ ਦਵਾਖਾਨੇ ਭਾਵ ਕਈ ਤਰ੍ਹਾਂ ਦੇ ਹਜੂਰ ਨੇ ਸਾਧ ਸੰਗਤ ਜੀ ਉੱਥੇ ਦਵਾਈਆਂ ਦੇ ਚਲਾਏ ਹਨ। ਕਈ ਬਾਗ ਲਾਏ ਹਜੂਰ ਨੇ। ਬੇਅੰਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਜਿਸ ਸਮੇਂ ਕਾਬਲ ਦੀ ਸੰਗਤ ਢੋਲਕੀਆਂ ਤੇ ਛੈਣਿਆਂ ਦੇ ਨਾਲ ਕੀਰਤਨ ਕਰਦੀਆਂ ਆ ਰਹੀਆਂ ਸਨ, ਮਹਾਰਾਜ ਜੀਆਂ ਦੀ ਗੁਰਬਾਣੀ ਦਾ ਕੀਰਤਨ ਕਰਦੇ ਆ ਰਹੇ ਸਨ, ਹਜੂਰ ਪਲੰਗ ਤੇ ਸੁੱਖ ਲੈ ਰਹੇ ਸਨ। ਜਿਸ ਸਮੇਂ ਸੰਗਤਾਂ ਲਾਗੇ ਆਉਂਦੀਆਂ ਹਨ, ਉਸੇ ਸਮੇਂ ਸਾਧ ਸੰਗਤ ਜੀ ਜਿਸ ਸਮੇਂ ਹਜੂਰ ਦੇ ਭਾਵ ਕੰਨਾਂ ਦੇ ਵਿੱਚ ਹਜੂਰ ਦੇ ਅੰਮ੍ਰਿਤ ਗੁਰਬਾਣੀ ਪੈਂਦੀ ਹੈ, ਇੰਨੀ ਤੇਜ਼ੀ ਨਾਲ ਹਜੂਰ ਆਪਣੇ ਆਸਣ ਤੋਂ ਉੱਠਦੇ ਹਨ। ਹਜੂਰ ਦਾ ਗੋਡਾ ਸਾਧ ਸੰਗਤ ਜੀ ਪਾਵੇ ਨਾਲ ਲੱਗਦਾ ਹੈ ਤੇ ਥੋੜਾ ਲਹੂ ਨਿਕਲਣ ਲੱਗ ਜਾਂਦਾ ਹੈ। ਤਾਂ ਉਸ ਸਮੇਂ ਸੰਗਤਾਂ ਨੇ ਆਖਿਆ ਸੀ, ਮਹਾਰਾਜ ਜੀ ਆਪ ਇੰਨੀ ਕਾਲੀ ਨਾਲ ਕਿਉਂ ਉੱਠੇ ਹੋ? ਤਾਂ ਉਸ ਸਮੇਂ ਹਜੂਰ ਨੇ ਕਿਹਾ ਸੀ, ਸਾਧ ਸੰਗਤ ਜੀ ਇਹ ਗੁਰਬਾਣੀ ਦਾ ਸਤਿਕਾਰ ਹੈ। ਇਹ ਸਾਧ ਸੰਗਤ ਜੀ ਉਸ ਸਮੇਂ ਸੰਗਤਾਂ ਨੇ ਕਿਹਾ ਸੀ, ਮਹਾਰਾਜ ਜੀ ਬਾਣੀ ਵੀ ਤਾਂ ਆਪ ਦੀ ਉਚਾਰੀ ਹੈ। ਉਸ ਸਮੇਂ ਹਜੂਰ ਦੇ ਬਚਨ ਸਨ, ਜਿਨ ਭੈ ਬਾਣੀ ਅਦਬੜਾ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਇਹ ਹਜੂਰ ਨੇ ਸਾਧ ਸੰਗਤ ਜੀ ਆਪ ਕਰਕੇ ਵਿਖਾਇਆ ਹੈ ਕਿ ਬਾਣੀ ਦੇ ਸਤਿਕਾਰ ਵਿੱਚ ਹਜੂਰ ਥੱਲੇ ਜ਼ਮੀਨ ਤੇ ਸੱਜ ਬੈਠੇ ਸਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੰਗੇ ਚਰਨ ਹਜੂਰ ਚੱਲ ਕੇ ਗਏ ਸਨ ਬਾਣੀ ਦੇ ਸਤਿਕਾਰ ਵਿੱਚ। ਅੱਜ ਜੇ ਸਾਧ ਸੰਗਤ ਜੀ ਆਪਾਂ ਹਜੂਰੀ ਦੇ ਵਿੱਚ ਜੇ ਕੁਰਸੀਆਂ ਲਾ ਕੇ ਜੇ ਮੇਜ਼ਾਂ ਤੇ ਬਹਿਨੇ ਹਾਂ, ਜੇ ਕੋਈ ਪ੍ਰੋਬਲਮ ਹੋਵੇ ਉਹ ਡਿਫਰੈਂਟ ਗੱਲ ਹੈ, ਪਰ ਸਾਧ ਸੰਗਤ ਜੀ ਕਈ ਵਾਰਾਂ ਜਵਾਨ ਵੀ ਪਿੱਛੇ ਬੈਠੇ ਦੇਖੇ ਜਾਂਦੇ ਹਨ। ਇਹ ਮਹਾਰਾਜ ਜੀਆਂ ਦੀ ਬਾਣੀ ਦਾ ਸਤਿਕਾਰ ਹਜੂਰ ਨੇ ਕਰਨਾ ਸਿਖਾਇਆ ਹੈ। ਜਿਨ ਭੈ ਬਾਣੀ ਅਦਬਣਾ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਮਹਾਰਾਜ ਜੀ ਕਹਿੰਦੇ ਹਨ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਦਾ ਅਦਬ ਨਹੀਂ ਧਾਰਦਾ, ਸਤਿਕਾਰ ਨਹੀਂ ਕਰਦਾ, ਮਹਾਰਾਜ ਜੀ ਕਹਿੰਦੇ ਹਨ ਉਹ ਸਾਡਾ ਸਿੱਖ ਹੀ ਨਹੀਂ ਹੈਗਾ। ਐਸੇ ਮਹਾਰਾਜ ਜੀ ਹਜੂਰ ਨੇ ਸਾਧ ਸੰਗਤ ਜੀ ਬਾਣੀ ਦਾ ਸਤਿਕਾਰ ਹਜੂਰ ਨੇ ਸਾਨੂੰ ਕਰਨ ਦੀ ਜਾਚ ਸਿਖਾਈ ਹੈ। ਆਪਾਂ ਵੀ ਸਾਧ ਸੰਗਤ ਜੀ ਹਜੂਰ ਦੀ ਹਜੂਰੀ ਵਿੱਚ ਬਹਿਣ ਦਾ ਵੱਲ ਸਿੱਖੀਏ। ਕਿਸ ਤਰ੍ਹਾਂ ਹਜੂਰ ਦੀ ਹਜੂਰੀ ਵਿੱਚ ਬੈਠਿਆ ਜਾਂਦਾ ਹੈ। ਆਪ ਸਰਬੱਤ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਦਿਵਸ ਦੀਆਂ ਸਵਾਸ ਵਧਾਈਆਂ ਹੋਵਣ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਲੜੀਵਾਰ ਗੁਰਬਾਣੀ ਦੀ ਕਥਾ ਹਜੂਰ ਨੇ ਕਿਰਪਾ ਕਰਕੇ ਆਰੰਭ ਕਰਵਾਈ ਹੈ, ਤਿਲੰਗ ਰਾਗ ਵਿੱਚ ਹਜੂਰ ਦੀ ਕਥਾ ਸਾਧ ਸੰਗਤ ਜੀ ਜਿਸ ਤਰ੍ਹਾਂ ਚੱਲ ਰਹੀ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਨੂੰ ਹਜੂਰ ਭਾਗ ਲਾ ਰਹੇ ਹਨ। ਦੂਰ
ਦੂਰੋਂ ਸਾਧੂ ਮਹਾਤਮਾ ਚੱਲ ਚੱਲ ਕੇ ਹਜੂਰ ਦੇ ਦਰਸ਼ਨਾਂ ਵਾਸਤੇ ਆਉਂਦੇ ਹਨ। ਮਹਾਰਾਜ ਜੀਆਂ ਦੇ ਦਰਸ਼ਨ ਕਰਦੇ ਹੀ ਗੁਰਸਿੱਖਾਂ ਦੀਆਂ ਭੁੱਖਾਂ ਲੈਂਦੀਆਂ ਹਨ। ਹੁਣ ਸਾਧ ਸੰਗਤ ਜੀ, ਹਜੂਰ ਜਿਸ ਤਰ੍ਹਾਂ ਮੁਖ ਤੋਂ ਉਪਦੇਸ਼ ਸੁਣਾਉਂਦੇ ਹਨ ਗੁਰਸਿੱਖਾਂ ਨੂੰ, ਆਓ ਸਾਧ ਸੰਗਤ ਜੀ ਆਪਾਂ ਵੀ ਆਪਣੇ ਸਾਧ ਸੰਗਤ ਜੀ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਜੂਰ ਦੀ ਅੰਮ੍ਰਿਤ ਗੁਰਬਾਣੀ ਦਾ ਉਪਦੇਸ਼ ਸੁਣੀਏ। ਜਿਸ ਤਰ੍ਹਾਂ ਅੱਜ ਹਜੂਰ ਮਨ ਨੂੰ ਜਗਾਉਂਦੇ ਹਨ, ਸੰਸਾਰ ਦੀ ਹਾਲਤ ਦਿਖਾਉਂਦੇ ਹਨ, ਮਨਾ ਜਾਗ ਪਾ। ਆਪਾਂ ਵੀ ਹਜੂਰ ਦੇ ਚਰਣਾ ਕਮਲਾਂ ਦਾ ਧਿਆਨ ਧਰ ਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਨਾਵਾ। ਤਿਲੰਗ ਰਾਗ ਵਿੱਚ ਮਹੱਲਾ ਨਾਵਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਜਿਸ ਸਿਮਰਤ ਮਨ ਹੋਤ ਆਨੰਦਾ, ਉਤਰਹਿ ਮਨ ਹੈ ਜੰਗਾਲਾ। ਜਿਨ੍ਹਾਂ ਸਤਿਗੁਰਾਂ ਦਾ ਨਾਮ ਲੈਣ ਨਾਲ ਹੀ ਹਿਰਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ। ਮਨ ਤੇ ਲੱਗਿਆ ਹੋਇਆ ਜੰਗਾਲ ਭਾਵ ਸਾਧ ਸੰਗਤ ਜੀ, ਜੋ ਇਹ ਮਾੜੇ ਲੱਛਣ ਬੰਦੇ ਨੇ ਧਾਰ ਛੱਡੇ ਹਨ, ਮਨ ਤੋਂ ਇਹ ਜੰਗਾਲ ਰਹਿ ਜਾਂਦਾ ਹੈ। ਮਿਲਬੇ ਕੀ ਮਹਿਮਾ ਬਰਨ ਨਾ ਸਾਕੋ, ਨਾਨਕ ਪਰੈ ਪਰੇਲਾ। ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀ ਨਾਮ ਲੈਣ ਦੀ ਐਡੀ ਮਹਾਨਤਾ ਹੈ, ਤੇ ਜੇ ਮਿਲਣ ਦੀ ਮਹਿਮਾ ਹਜੂਰ ਕਹਿੰਦੇ ਹਨ, ਅਸੀਂ ਦੱਸ ਹੀ ਨਹੀਂ ਸਕਦੇ। ਜੋ ਹਜੂਰ ਦੇ ਦਰਸ਼ਨ ਕਰਦੇ ਹਨ ਤੇ ਹਜੂਰ ਦੇ ਦਰਸ਼ਨ ਕਰਕੇ ਜੋ ਹਜੂਰ ਦਾ ਬਚਨ ਕਮਾ ਲੈਂਦੇ ਹਨ, ਉਹਨਾਂ ਦੀ ਕਿੱਡੀ ਵੱਡੀ ਮਹਿਮਾ ਹੋਏਗੀ, ਇਹ ਵਰਨ ਵਿੱਚ ਹੀ ਨਹੀਂ ਆਉਂਦੀ। ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੁਖ ਤੋਂ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਕੇ ਹਜੂਰ ਨਿਹਾਲ 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 ਕਰ ਰਹੇ ਹਨ। ਜਾਗ ਲਿਓ ਰੇ ਮਨਾ ਜਾਗ ਲਿਓ। ਮਹਾਰਾਜ ਜੀ ਕਹਿੰਦੇ ਹਨ, ਮਣਾ ਸਾਧ ਸੰਗਤ ਜੀ ਸਿੱਧਾ ਮਨ ਨੂੰ ਉਪਦੇਸ਼ ਦੇ ਰਹੇ ਹਨ ਹਜੂਰ। ਤੇ ਪ੍ਰੇਮ ਵਾਲੇ ਗੁਰਸਿੱਖ ਮਨ ਵਾਲੇ ਉਪਦੇਸ਼ ਸਿੱਧਾ ਆਪਣੇ ਮਨ ਤੇ ਢਾਲ ਕੇ ਦੇਖਦੇ ਹਨ। ਦੇਖ ਮਣਾ ਹਜੂਰ ਕੀ ਕਹਿ ਰਹੇ ਹਨ, ਤੇ ਤੂੰ ਸੁੱਤਾ ਪਿਆ ਹੈ। ਮਹਾਰਾਜ ਜੀ ਕਹਿੰਦੇ ਹਨ, ਜਾਗ ਲੈ ਹੋ ਰੇ ਮਨਾ ਜਾਗ ਲੈ ਹੋ। ਮਹਾਰਾਜ ਜੀ ਕਹਿੰਦੇ ਹਨ, ਹੇ ਬੰਦਿਆ ਜਾਗ ਪਾ, ਜਾਗ ਪਾ, ਹਜੇ ਵੀ ਤੂੰ ਜਾਗ ਪਾ। ਕਹਾਂ ਗਾਫਲ ਸੋਇਆ। ਗਾਫਲ ਹੋ ਕੇ ਤੂੰ ਇਸ ਸੰਸਾਰ ਵਿੱਚ ਸੁੱਤਾ ਪਿਆ ਹੈ। ਸਾਧ ਸੰਗਤ ਜੀ ਹਜੂਰ ਨੂੰ ਅਰਦਾਸ ਕਰੀਏ, ਮਹਾਰਾਜ ਜੀ ਅਸੀਂ ਤਾਂ ਜਾਗੇ ਹੋਏ ਹਾਂ, ਜਾਗ ਕੇ ਇੱਥੇ ਆਏ ਹਾਂ। ਮਹਾਰਾਜ ਜੀ ਕਿਰਪਾ ਕਰੋ, ਤੁਸੀਂ ਕਹਿੰਦੇ ਹੋ ਅਸੀਂ ਸੁੱਤੇ ਪਏ ਹਾਂ ਗਾਫਲ ਹੋ ਕੇ, ਹਜੂਰ ਕਿਰਪਾ ਕਰਕੇ ਦੱਸਣਾ ਕਰੋ। ਜੋ ਤਨ ਉਪਜਿਆ ਸੰਗ ਹੀ। ਮਹਾਰਾਜ ਜੀ ਕਹਿੰਦੇ ਹਨ, ਜੋ ਤਨ ਉਪਜਿਆ ਸੰਗ ਹੀ। ਜਿਹੜਾ ਤੇਰਾ ਇਹ ਸਰੀਰ ਹੈ, ਜਿਹੜਾ ਤੂੰ ਕਹਿੰਦਾ ਹੈ ਤੇਰੇ ਨਾਲ ਮਾਤਾ ਦੇ ਉਦਰ ਤੋਂ ਹੀ ਤੈਨੂੰ ਮਿਲਿਆ ਹੈ, ਸੋ ਭੀ ਸੰਗ ਨਾ ਹੋਇਆ। ਮਹਾਰਾਜ ਜੀ ਕਹਿੰਦੇ ਹਨ, ਇਹ ਵੀ ਨਹੀਂ ਦੇਖ ਤੇਰੇ ਨਾਲ ਗਿਆ, ਤੇਰਾ ਸਰੀਰ ਤੇਰੇ ਨਾਲ ਚਲੇ ਗਿਆ ਹੈ। ਆਪਾਂ ਸਾਧ ਸੰਗਤ ਜੀ ਦੇਖਦੇ ਹਾਂ। ਮਹਾਰਾਜ ਜੀ ਕਹਿੰਦੇ ਹਨ, ਤੂੰ ਇਹਨੂੰ ਹੀ ਲਿਸ਼ਕ ਪੁਸ਼ਕ ਭਾਵ ਇਹਨੂੰ ਸਵਾਰਨ ਵਿੱਚ ਹੀ ਲੱਗਾ ਰਹਿਣਾ ਹੈ। ਜਾਗ ਪਾ ਭਾਵ ਤੂੰ ਇਹ ਦੇਹੀ ਦੀ ਵਡਿਆਈ ਵਿੱਚ ਫਸਿਆ ਰਹਿਣਾ ਹੈ। ਜਦੋਂ ਵੀ ਕਦੇ ਤੈਨੂੰ ਮੌਕਾ ਮਿਲਦਾ ਹੈ, ਬੜੀਆਂ ਮੁਖ ਤੋਂ ਗਿਆਨ ਦੀਆਂ ਹੀ ਗੱਲਾਂ ਕਰਦਾ ਹੈ। ਜਦੋਂ ਕਿਸੇ ਨੂੰ ਮਿਲਦਾ ਹੈ ਤਾਂ ਵੀ ਪੰਕਤੀਆਂ ਲਾ ਲਾ ਕੇ ਐ ਸੋਹਣੀਆਂ ਗਿਆਨ ਦੀਆਂ ਗੱਲਾਂ ਕਰਦਾ ਹੈ ਕਿ ਇਹ ਮੇਰੀ ਦੇਹੀ ਦਾ ਸਤਿਕਾਰ ਕਰਨਗੇ ਲੋਕ। ਜਾਂ ਸਾਧ ਸੰਗਤ ਜੀ ਬੜਾ ਸੋਹਣਾ ਬਣ ਬੈਂਦਾ ਹੈ, ਤੇ ਮਨ ਵਿੱਚ ਦੇਖ ਤੇਰੀ ਕੈਸੀ ਹਾਲਤ ਹੈ। ਹਜੂਰ ਕਹਿੰਦੇ ਹਨ, ਇਸ ਦੇਹੀ ਨੇ ਤੇਰੇ ਨਾਲ ਨਹੀਂ ਜਾਣਾ, ਆਰੰਭ ਤੋਂ ਹੀ ਜਾਗ ਲੈ ਹੋ। ਜਾਗ ਲਿਓ ਰੇ ਮਨਾ ਜਾਗ ਲਿਓ। ਮਹਾਰਾਜ ਜੀ ਕਹਿੰਦੇ ਹਨ, ਜਾਗ ਲੈ ਹੋ। ਹਜੂਰ ਅਸੀਂ ਤਾਂ ਜਾਗੇ ਹੋਏ ਹਾਂ। ਤਾਂ ਸਾਧ ਸੰਗਤ ਜੀ ਅੱਜ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦਿਵਸ ਹੈ, ਹਜੂਰ ਨੂੰ ਕਿਸੇ ਨੇ ਪੁੱਛਿਆ ਸੀ, ਮਹਾਰਾਜ ਜੀ ਤੁਸੀਂ ਕਹਿੰਦੇ ਹੋ ਜਾਗ ਲਿਓ ਰੇ ਮਨਾ ਜਾਗ ਲਿਓ, ਹਜੂਰ ਅਸੀਂ ਤਾਂ ਜਾਗੇ ਹੋਏ ਹਾਂ। ਤਾਂ ਹਜੂਰ ਨੇ ਕਿਹਾ ਸੀ, ਨਹੀਂ ਕਹਾਂ ਗਾਫਲ ਸੋਇਆ, ਤੂੰ ਅਗਿਆਨ ਦੇ ਵਿੱਚ ਸੁੱਤਾ ਪਿਆ ਹੈ। ਉਸ ਸਮੇਂ ਹਜੂਰ ਨੂੰ ਪੁੱਛਿਆ ਸੀ, ਮਹਾਰਾਜ ਜੀ ਆਪ ਕਿਰਪਾ ਕਰਕੇ ਦੱਸੋ ਜਾਗੇ ਹੋਏ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਹਨ। ਉਸ ਸਮੇਂ ਹਜੂਰ ਨੇ ਫਰਮਾਇਆ ਸੀ, ਮਨ ਜਾਗੇ ਕੀ ਇਹ ਨਿਸ਼ਾਨੀ, ਮੀਠੀ ਲਾਗੈ ਪ੍ਰਿਆ ਕੀ ਬਾਣੀ।
ਜਾਗੇ ਹੋਏ ਮਨ ਦੀ ਇਹ ਨਿਸ਼ਾਨੀ ਗੁਰਸਿੱਖੋ ਹੋਇਆ ਕਰਦੀ ਹੈ ਕਿ ਪ੍ਰੀਤਮ ਦੀ ਅਕਾਲ ਪੁਰਖ ਵਾਹਿਗੁਰੂ ਦੀ ਗੁਰਬਾਣੀ ਪਿਆਰੀ ਲੱਗਦੀ ਹੈ। ਦੇਖ, ਜੇ ਤੂੰ ਆਪਣੇ ਮਨ ਵਿੱਚ ਹਾਲਤ ਮਾਰ ਕੇ ਦੇਖ, ਜਦੋਂ ਤੂੰ ਪਾਠ ਸੁਣਨ ਬੈਠਦਾ ਹੈ ਕਿੰਨਾ ਸਮਾਂ ਬੈਠਦਾ ਹੈ। ਭਾਵ ਕਈ ਤਾਂ ਸਾਧ ਸੰਗਤ ਜੀ ਦਿਖਾਵੇ ਵਿੱਚ ਹੀ 5-10 ਮਿੰਟ ਬੈਠ ਕੇ ਕੁਝ ਪਤਾ ਨਹੀਂ ਚੱਲਦਾ ਕੀ ਕਥਾ ਚੱਲ ਰਹੀ ਹੈ, ਕੀ ਕੀਰਤਨ ਹੋ ਰਿਹਾ ਹੈ। ਇਹ ਸਾਧ ਸੰਗਤ ਜੀ ਹਜੂਰ ਸਾਨੂੰ ਅੱਜ ਦੱਸ ਰਹੇ ਨੇ, ਤੂੰ ਜਾਗਿਆ ਨਹੀਂ, ਤੂੰ ਸੁੱਤਾ ਹੋਇਆ ਹੈ। ਜੇ ਜਾਗਦਾ ਹੁੰਦਾ, ਜਿੱਥੇ ਤੈਨੂੰ ਇੱਕ ਪਾਠ ਕਰਕੇ ਮਨ ਤੇਰਾ ਲੱਗ ਜਾਂਦਾ ਹੈ, ਤੇਰੇ ਅੰਦਰੋਂ ਆਵਾਜ਼ ਆਉਣੀ ਸੀ, ਮਣਾ ਰੱਜ ਨਹੀਂ ਆਇਆ, ਇੱਕ ਹੋਰ ਕਰਦੇ ਹਾਂ। ਸੇਵਾ ਘੰਟਾ ਕੀਤੀ, ਤੂੰ ਦਿਖਾਵਾ ਇੰਨਾ ਕਰਦਾ ਹੈ ਜਿਵੇਂ ਮੈਨੂੰ ਬ੍ਰਹਮ ਗਿਆਨੀ ਹੁੰਦਾ ਹਾਂ। ਮਹਾਰਾਜ ਜੀ ਕਹਿੰਦੇ ਹਨ, ਤੈਨੂੰ ਰੱਜ ਨਹੀਂ ਸੀ ਆਉਣਾ। ਤੁਧ ਸਾਲਾਹੇ ਨਾ ਰੱਜਾਂ ਕਬਹੂ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਇਹ ਹਜੂਰ ਕਹਿੰਦੇ ਹਨ, ਮਨ ਜਾਗੇ ਹੋਏ ਦੀ ਨਿਸ਼ਾਨੀ ਹੈ। ਜਾਗ ਲੇਹੋ, ਜਾਗ ਲਿਹੋ ਰੇ ਮਨਾ, ਜਾਗ ਲਿਹੋ। ਜਿਸ ਤਰ੍ਹਾਂ ਸਾਧ ਸੰਗਤ ਜੀ ਬੇਅੰਤ ਪ੍ਰਸੰਗ ਆਉਂਦੇ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਪਾਰਸਨਾਥ ਰਾਜਾ ਹੋਇਆ ਹੈ ਬੜਾ ਵੱਡਾ, ਜਿਸ ਨੇ ਸਭ ਕੁਝ ਜਿੱਤ ਲਿਆ ਸੀ, ਜਿਹੜਾ ਕਹਿੰਦਾ ਸੀ ਤਿੰਨਾਂ ਲੋਕਾਂ ਦੇ ਵਿੱਚ, ਜਿਸ ਤਰ੍ਹਾਂ ਮਛੰਦਰ ਨਾਥ ਨੂੰ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਪ੍ਰਸੰਗ ਲਿਖਦੇ ਹਨ। ਜਿਸ ਤਰ੍ਹਾਂ ਹਜੂਰ ਨੂੰ, ਜਿਸ ਤਰ੍ਹਾਂ ਪਾਰਸਨਾਥ ਰਾਜਾ ਕਹਿੰਦਾ ਸੀ, 10 ਮਛੰਦਰ ਨਾਥ ਤਿੰਨਾਂ ਲੋਕਾਂ ਦੇ ਵਿੱਚ ਐਸੀ ਕਿਹੜੀ ਜਗ੍ਹਾ ਹੈ ਜਿਹੜੀ ਮੈਂ ਨਹੀਂ ਜਿੱਤੀ। ਜਿਹੜੇ ਦੁਨੀਆ ਦੇ ਵੱਡੇ ਰਾਜੇ ਹਨ, ਮੈਂ ਆਪਣੇ ਰਾਜ ਦੇ ਕੰਮ ਕਰਨ ਵਾਸਤੇ ਲਾ ਦਿੱਤੇ ਨੇ। ਐਡਾ ਭਾਰੀ ਪ੍ਰਤਾਪੀ ਰਾਜਾ ਹੋਇਆ ਹੈ। ਉਸ ਸਮੇਂ ਮਛਿੰਦਰ ਨਾਥ ਨੇ ਆਖਿਆ ਸੀ, ਦੇਖ ਜੋ ਪਾਰਸਨਾਥ, ਜੇ ਤੂੰ ਆਪਣਾ ਮਨ ਹੀ ਨਾ ਜਿੱਤ ਸਕਿਆ, ਤੂੰ ਕੀ ਜਿੱਤਿਆ ਹੈ। ਦੇਖ, ਤੇਰਾ ਮਨ ਤੇਰੇ ਵੱਸ ਵਿੱਚ ਹੀ ਨਹੀਂ ਹੈਗਾ। ਭੂਮ ਕੋ ਕੌਣ ਗੁਮਾਨ ਹੈ ਭੂਪਤ, ਕਹਿੰਦੇ ਹੈ ਭੂਮੀ ਦਾ ਕੀ ਮਾਣ ਕਰਦਾ ਹੈ। ਭੂਪਤ ਰਾਜੇ ਨੂੰ ਕਹਿੰਦੇ ਹਨ ਇਸ ਧਰਤੀ ਦਾ ਤੂੰ ਕੀ ਰਾਜ ਮਾਣ ਕਰਦਾ ਹੈ। ਸੋ ਨਹੀਂ ਕਾਹੂ ਕਿ ਸੰਗ ਚਲਾ ਹੈ। ਮਹਾਰਾਜ ਜੀ ਕਹਿੰਦੇ ਹਨ, ਉਹ ਨਾ ਹੀ ਕਿਸੇ ਦੇ ਨਾਲ ਰਹਿੰਦੀ ਹੈ, ਨਾ ਹੀ ਕਿਸੇ ਦੇ ਸੰਗ ਚੱਲਦੀ ਹੈ। ਕਿਉਂਕਿ ਸਾਧ ਸੰਗਤ ਜੀ ਧਨ ਔਰ ਭੂਮ ਪੁਰਾਤਨ ਬੈਰਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਇਹ ਧਰਤੀ ਧਨ ਦਾ ਪੁਰਾਣੇ ਸਮੇਂ ਤੋਂ ਜਿਸ ਤਰ੍ਹਾਂ ਸਾਧ ਸੰਗਤ ਜੀ ਵੈਰ ਚੱਲਦੇ ਆਉਂਦੇ ਹਨ। ਅੱਜ ਇੱਕ ਦੂਸਰਾ ਦੇਸ਼ ਦੂਸਰੇ ਦੇਸ਼ ਤੇ ਕਿਉਂ ਚੜ੍ਹਾਈ ਕਰਦਾ ਹੈ ਕਿ ਉਹਦੀ ਧਰਤੀ ਨੱਪ ਲਾਂ। ਇੱਥੋਂ ਤੀਕਰ ਸਾਧ ਸੰਗਤ ਜੀ ਇਹ ਪੁਰਾਣੇ ਵੈਰ ਨੇ। ਇਹ ਬਾਜਾਂ ਵਾਲੇ ਪਿਤਾ ਜੀਆਂ ਨੇ ਫਰਮਾਇਆ ਹੈ, ਜਾਗ ਲਿਹੋ ਰੇ ਮਨਾ, ਜਾਗ ਲਿਹੋ। ਇਹ ਧਰਤੀ ਕਿਸੇ ਦੇ ਨਾਲ ਨਹੀਂ ਜਾਂਦੀ, ਸਭ ਨੂੰ ਛੱਡ ਜਾਂਦੀ ਹੈ। ਹੈ ਛਲਵੰਤ ਬੜੀ ਬਸਦਾ, ਯਹ ਕਾਹੂ ਕੀ ਹੈ ਨਾ ਕਾਹੂ ਹੋਏ ਹੈ। ਇਹ ਧਰਤੀ ਬੜੀ ਛਲ ਵਾਲੀ ਹੈ ਰਾਜਿਆ, ਇਹ ਨਾ ਕਿਸੇ ਦੀ ਹੋਈ ਹੈ ਤੇ ਨਾ ਕਿਸੇ ਦੀ ਹੋਏਗੀ। ਜਾਗ ਲਿਹੋ ਰੇ ਮਨਾ, ਜਾਗ ਲਿਹੋ। ਹਜੂਰ ਕਹਿੰਦੇ ਹਨ, ਜਾਗਣਾ ਕਰ ਭੌਣ ਭੰਡਾਰ ਸਭੇ ਬਰ ਨਾਰਸੋ। ਮਹਾਰਾਜ ਜੀ ਕਹਿੰਦੇ ਹਨ, ਇਹ ਜੋ ਭੌਣ ਭੰਡਾਰ ਕਹਿੰਦਾ ਹੈ ਮੇਰੀ 4 ਮੰਜ਼ਲੀ ਕੋਠੀ ਹੈ, ਜਾਂ ਕਹਿੰਦਾ ਹੈ ਮੇਰੇ ਖਾਤੇ ਬੈਂਕ ਬੈਲੈਂਸ ਬੜਾ ਤਕੜਾ ਹੈ। ਹਜੂਰ ਕਹਿੰਦੇ ਹਨ, ਜਾਂ ਇਸਤਰੀ ਦਾ ਕਈ ਕਹਿੰਦੇ ਹਨ ਮੇਰੀ ਘਰ ਵਾਲੀ ਮੈਨੂੰ ਬੜਾ ਪ੍ਰੇਮ ਕਰਦੀ ਹੈ, ਉਹ ਤਾਂ ਮੇਰੇ ਨਾਲ ਹੈ। ਹਜੂਰ ਕਹਿੰਦੇ ਹਨ, ਸੋ ਅੰਤ ਤੁਝੈ ਕੋ ਸਾਥ ਨਾ ਦੈ ਹੈ। ਮਹਾਰਾਜ ਜੀ ਕਹਿੰਦੇ ਹਨ, ਅੰਤਲੇ ਸਮੇਂ ਕਿਸੇ ਨੇ ਦੇਖ ਤੇਰਾ ਸਾਥ ਨਹੀਂ ਦੇਣਾ। ਆਨ ਕੀ ਬਾਤ ਚਲਾਤ ਕਹਾ। ਮਹਾਰਾਜ ਜੀ ਕਹਿੰਦੇ ਹਨ, ਹੋਰ ਦੀ ਤੈਨੂੰ ਕੀ ਗੱਲ ਕਹਿਣਾ ਕਰੀਏ। ਕੋ ਸੰਗ ਕੀ ਦੇਹੀ ਨਾ ਸੰਗ ਸਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਜਿਹੜੀ ਤੇਰੇ ਨਾਲ ਇਹ ਦੇਹੀ ਹੈ ਤੇਰੀ, ਇਹ ਤੇਰੀ ਦੇਹੀ ਨੇ ਵੀ ਨਾਲ ਨਹੀਂ ਜਾਣਾ। ਕਹਾਂ ਗਾਫਲ ਸੋਇਆ। ਮਹਾਰਾਜ ਜੀ ਕਹਿੰਦੇ ਹਨ, ਤੂੰ ਗਾਫਲ ਹੋ ਕੇ ਇਹਨਾਂ ਤੇ ਆਸਾ ਲਾਈ ਬੈਠਾ ਹੈ ਮੈਨੂੰ ਬਚਾ ਲੈਣਗੇ। ਸਾਧ ਸੰਗਤ ਜੀ ਨਬਜਾਂ ਡਾਕਟਰਾਂ ਦੇ ਹੱਥਾਂ ਵਿੱਚ ਪਕੜੀਆਂ ਰਹਿ ਜਾਂਦੀਆਂ ਹਨ। ਰਿਸ਼ਤੇਦਾਰ ਛਾਤੀ ਤੇ ਹੱਥ ਫੜ ਫੜ ਕੇ ਕਹਿੰਦੇ ਹਨ, ਤੈਨੂੰ ਅਸੀਂ ਕਿਤੇ ਨਹੀਂ ਜਾਣ ਦੇਣਾ। ਪਰ ਮਹਾਰਾਜ ਜੀ ਕਹਿੰਦੇ ਹਨ, ਪਤਾ ਹੀ ਨਹੀਂ ਲੱਗਦਾ ਕਿ ਜੀਵ ਕਿੱਧਰ ਨੂੰ ਚਲੇ ਜਾਂਦਾ ਹੈ, ਨਬਜਾਂ ਹੱਥਾਂ 'ਚ ਫੜੀਆਂ ਰਹਿ ਜਾਂਦੀਆਂ ਹਨ। ਜੋ ਤਨ ਉਪਜਿਆ ਸੰਗ ਹੀ। ਇਹ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਨੇ ਕਿਹਾ ਹੈ, ਤੇਰੇ ਨਾਲ ਤਾਂ ਤੇਰੀ ਦੇਹੀ ਨੇ ਵੀ ਨਹੀਂ ਜਾਣਾ। ਪਰ ਸਾਧ ਸੰਗਤ ਜੀ ਇਹ ਹਜੂਰ ਹੀ ਕਿਰਪਾ ਕਰਨ ਤਾਂ ਸਮਝ ਆਉਂਦੀ ਹੈ। ਦੇਹੀ ਸਾਧ ਸੰਗਤ ਜੀ ਜਦੋਂ ਆਪਾਂ ਸੰਬੋਧਿਤ ਹੁੰਦੇ ਆ ਕਿਸੇ ਚੀਜ਼ ਨੂੰ, ਆਹ ਗੱਡੀ ਕਹਿੰਦੇ ਹਾਂ ਮੇਰੀ ਹੈ, ਆਹ ਸਾਈਕਲ ਮੇਰਾ ਹੈ, ਕਿਉਂਕਿ ਉਹ ਆਪਣੇ ਤੋਂ ਵੱਖ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਆਪਾਂ ਕਹਿੰਦੇ ਹਾਂ ਆਹ ਸਰੀਰ ਮੇਰਾ ਹੈ,
ਐ ਨਹੀਂ ਕਹਿੰਦੇ ਕਿ ਇਹ ਸਰੀਰ ਮੈਂ ਹਾਂ, ਕਿਉਂਕਿ ਇਸ ਦੇ ਵਿੱਚ ਜੋ ਜੀਵ ਆਤਮਾ ਹੈ ਇਹ ਸਾਧ ਸੰਗਤ ਜੀ ਪਤਾ ਤਾਂ ਸਾਨੂੰ ਵੀ ਨਹੀਂ ਹੈਗਾ, ਪਰ ਜਿਸ ਤਰ੍ਹਾਂ ਹਜੂਰ ਸਿੱਖਿਆ ਦਿੰਦੇ ਨੇ ਕਿ ਇਹ ਸਾਧ ਸੰਗਤ ਜੀ ਇਹ ਜੀਵ ਆਤਮਾ ਹੈ, ਜੋ ਇਹ ਅਲੱਗ ਹੈ, ਇਹ ਦੇਹੀ ਇੱਥੇ ਰਹਿਣ ਵਾਸਤੇ ਦਿੱਤੀ ਸੀ। ਮਹਾਰਾਜ ਜੀ ਕਹਿੰਦੇ ਹਨ ਤੂੰ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਦੇਹ ਘੋੜੀ ਜੀ ਜਿਤ ਚੜ੍ਹ ਹਰ ਪਾਈਐ ਰਾਮ, ਇਹ ਦੇਹ ਘੋੜੀ ਦੀ ਨਿਆਈ ਤੈਨੂੰ ਦਿੱਤੀ ਹੈ ਨਾਮ ਜਪਣ ਵਾਸਤੇ। ਕਈ ਪੁੱਛਦੇ ਹਨ ਕਾਹਦੇ ਵਾਸਤੇ ਦਿੱਤੀ ਹੈ ਦੇਹੀ। ਇਹ ਸਾਧ ਸੰਗਤ ਜੀ ਹਜੂਰ ਕਿਰਪਾ ਕਰਦੇ ਨੇ, ਪਰ ਸਾਧ ਸੰਗਤ ਜੀ ਜੇ ਸਮਝ ਨਾ ਆਵੇ ਤਾਂ ਵੀ ਅਰਦਾਸ ਕਰਕੇ ਕਹਿ ਦੇਣਾ ਚਾਹੀਦਾ। ਮਹਾਰਾਜ ਜੀ ਕਥਾ ਵਿੱਚ ਸੁਣੀਦਾ ਹੈ, ਬਾਣੀ ਪੜ੍ਹ ਕੇ ਤਾਂ ਕੁਝ ਇਸ ਤਰ੍ਹਾਂ ਹੀ ਸਮਝ ਆਉਂਦੀ ਹੈ ਕਿ ਦੇਹੀ ਨਾਮ ਜਪਣ ਵਾਸਤੇ ਦਿੱਤੀ ਹੈ, ਪਰ ਹਜੂਰ ਸਾਨੂੰ ਪਤਾ ਨਹੀਂ ਲੱਗਦਾ। ਆਪ ਕਿਰਪਾ ਕਰੋ ਤਾਂ ਸਾਧ ਸੰਗਤ ਜੀ ਜੋ ਇਹ ਦੇਹੀ ਹੈ ਹਜੂਰ ਕਹਿੰਦੇ ਹਨ ਇਹ ਵੀ ਨਾਲ ਨਹੀਂ ਜਾਣੀ, ਕਿਉਂਕਿ ਮਹਾਰਾਜ ਜੀ ਕਹਿੰਦੇ ਹਨ ਨਾਲ ਤੇਰੇ ਕੁਝ ਨਹੀਂ ਜਾਣਾ, ਤੂੰ ਸੁੱਤਾ ਪਿਆ ਹੈ। ਇਸੇ ਤਰ੍ਹਾਂ ਹੀ ਆਰੰਭ ਤੋਂ ਜਾਗ ਲਿਹੋ ਰੇ ਮਨਾ ਜਾਗ ਲਿਹੋ। ਹਜੂਰ ਕਹਿੰਦੇ ਹਨ ਰਾਜ ਕੇ ਸਾਜ ਕੋ ਕੌਣ ਗੁਮਾਨ। ਮਹਾਰਾਜ ਜੀ ਕਹਿੰਦੇ ਹਨ ਤੇਰੇ ਰਾਜੇ, ਭਾਵ ਜਿਸ ਤਰ੍ਹਾਂ ਸਾਧ ਸੰਗਤ ਜੀ ਮਛਿੰਦਰਨਾਥ ਕਹਿ ਰਿਹਾ ਹੈ ਪਾਰਸਨਾਥ ਨੂੰ ਕਿ ਇਸ ਰਾਜ ਦਾ ਕੀ ਗੁਮਾਨ ਹੈ, ਕਿੱਡਾ ਕੁਏ ਤੁਛ ਰਾਜ ਦਾ ਤੂੰ ਗੁਮਾਨ ਕਰਦਾ ਹੈ। ਨਿਦਾਨ ਸੋ ਆਪਣ ਸੰਗ ਨਾ ਜੈ ਹੈ। ਨਿਦਾਨ ਕਹਿੰਦੇ ਹਨ ਵਿਚਾਰੇ ਨੂੰ ਤੂੰ ਭਾਵ ਭੁੱਲਿਆ ਫਿਰਦਾ ਹੈ, ਤੇਰੇ ਨਾਲ ਕਿਸੇ ਚੀਜ਼ ਨੇ ਨਹੀਂ ਜਾਣਾ। ਪੌਣ ਭੰਡਾਰ ਭਰੇ ਘਰ ਬਾਰ ਸੋ ਏਕ ਹੀ ਬਾਰ ਬਿਗਾਨ ਕਹੈ ਹੈ। ਜੋ ਤੂੰ ਕਹਿੰਦਾ ਹੈ ਮੇਰਾ ਘਰ ਪੈਸਿਆਂ ਨਾਲ ਭਰਿਆ ਪਿਆ ਹੈ, ਜਦੋਂ ਪ੍ਰਾਣ ਨਿਕਲ ਜਾਂਦੇ ਹਨ ਸਭ ਬਿਗਾਨ ਕਹੈ ਹੈ, ਬਗਾਨਾ ਹੋ ਜਾਂਦਾ ਹੈ। ਪੁੱਤਰ ਵੀ ਸਾਧ ਸੰਗਤ ਜੀ ਸੰਸਾਰ ਦੀ ਹਾਲਤ ਐਸੀ ਹੈ, ਮਰੇ ਹੋਇਆਂ ਦੇ ਗੂਠੇ ਲਾ ਕੇ ਭਾਵ ਆਪਸ ਦੇ ਵਿੱਚ ਜਿਸ ਤਰ੍ਹਾਂ ਜ਼ਮੀਨਾਂ ਦੇ ਖਾਤਰ ਹੀ ਤੇਰੀ ਪਾਲਣਾ ਪੋਸ਼ਣਾ ਕਰਦੇ ਹਨ। ਤੂੰ ਕਹਿੰਦਾ ਹੈ ਮੇਰੀਆਂ ਨੌਵਾਂ ਨੇ, ਨੌਵਾਂ ਵੀ ਸਾਧ ਸੰਗਤ ਜੀ ਜਦੋਂ ਤੇਰੇ ਤੇ ਰੋਣਗੀਆਂ ਐਦਾਂ ਬੋਲਦੀਆਂ ਹਨ, ਪਾਪਾ ਜੀ ਹੁੰਦੇ ਸੀ, ਪਾਪਾ ਜੀ ਸਬਜ਼ੀ ਲਿਆ ਦਿੰਦੇ ਸੀ, ਪਾਪਾ ਜੀ ਬੱਚਿਆਂ ਨੂੰ ਸਕੂਲੇ ਛੱਡ ਆਉਂਦੇ ਸੀ, ਉਹ ਤੈਨੂੰ ਨਹੀਂ ਰੋਂਦੇ, ਤੇਰੇ ਦੁਆਰਾ ਦਿੱਤੇ ਹੋਏ ਸੁੱਖਾਂ ਨੂੰ ਰੋਂਦੇ ਹਨ। ਮਹਾਰਾਜ ਜੀ ਕਹਿੰਦੇ ਹਨ ਭੌਣ ਭੰਡਾਰ ਧਰਾ ਗੜ ਜੇਤਕ ਛਾੜਤ ਪ੍ਰਾਣ ਬਗਾਨ ਕਹੈ ਹੈ। ਮਹਾਰਾਜ ਜੀ ਕਹਿੰਦੇ ਹਨ ਇਹ ਬਗਾਨੇ ਹੋ ਜਾਂਦੇ ਹਨ। ਪੁੱਤਰ ਕਲੱਤਰ ਸੋ ਮਿੱਤਰ ਸਖਾ, ਕੋਈ ਅੰਤ ਸਮੇਂ ਤੋਹੇ ਸਾਥ ਨਾ ਦੈ ਹੈ। ਤੂੰ ਜਿਨ੍ਹਾਂ ਨੂੰ ਕਹਿੰਦਾ ਹੈ ਮਿੱਤਰ ਮੇਰੇ ਸੱਜੀਆਂ ਖੱਬੀਆਂ ਬਾਹਾਂ ਨੇ, ਪੁੱਤਰ ਆਓ ਖੜਾ ਮੇਰਾ ਪੁੱਤਰ ਐਡਾ ਲੰਮਾ ਚੌੜਾ, ਮੈਨੂੰ ਮਾਣ ਹੈ ਇਹਦੇ ਤੇ। ਮਹਾਰਾਜ ਜੀ ਕਹਿੰਦੇ ਹਨ ਕਿਸੇ ਨੇ ਤੇਰਾ ਸਾਥ ਨਹੀਂ ਉਹ ਦੇਣਾ। ਚੇਤ ਰੇ ਚੇਤ ਅਚੇਤ ਮਹਾਪਸ, ਸੰਗ ਬੀਓ ਸੋ ਪੀ ਸੰਗ ਨਾ ਜੈ ਹੈ। ਬੀਓ ਦੇਹੀ ਨੂੰ ਕਹਿੰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਤੇਰੇ ਸਰੀਰ, ਕਿਉਂਕਿ ਸਾਧ ਸੰਗਤ ਜੀ ਸਭ ਤੋਂ ਲਾਗੇ ਜੇ ਆਪਣੇ ਪਾਸ ਹੈ ਆਪਣਾ ਸਰੀਰ ਹੈ, ਸਭ ਛੱਡ ਜਾਂਦੇ ਹਨ। ਆਪਾਂ ਨੂੰ ਐਂ ਲੱਗਦਾ ਹੈ ਇਹਨੇ ਵੀ ਨਹੀਂ ਛੱਡ ਕੇ ਜਾਣਾ, ਪਰ ਹਜੂਰ ਕਹਿੰਦੇ ਹਨ ਇਹ ਬੀਓ ਤੇਰਾ ਸਰੀਰ ਵੀ ਤੈਨੂੰ ਛੱਡ ਕੇ ਚਲੇ ਜਾਵੇਗਾ। ਚੇਤ ਰੇ ਚੇਤ ਅਚੇਤ ਮਹਾਪਸ, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਹਜੂਰ ਕਹਿੰਦੇ ਹਨ ਅੰਤ ਦੇ ਸਮੇਂ ਤੈਨੂੰ ਇਕੱਲਿਆਂ ਜਾਣਾ ਪਵੇਗਾ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਜਾਗ ਲਿਹੋ ਰੇ ਮਨਾ ਜਾਗ ਲਿਹੋ। ਤਾਂ ਹਜੂਰ ਨੂੰ ਪੁੱਛੀਏ ਹਜੂਰ ਜੇ ਸਾਰੇ ਸੁੱਤੇ ਪਏ ਨੇ ਤਾਂ ਹਜੂਰ ਕੋਈ ਐਸਾ ਵੀ ਹੈ ਜੋ ਜਾਗਿਆ ਹੋਇਆ ਹੈ? ਤਾਂ ਉਸ ਸਮੇਂ ਹਜੂਰ ਕਹਿੰਦੇ ਹਨ ਗੁਰਮੁਖ ਜਾਗ ਰਹੇ, ਚੂਕੀ ਅਭਿਮਾਨੀ ਰਾਮ। ਮਹਾਰਾਜ ਜੀ ਕਹਿੰਦੇ ਹਨ ਜਿਨ੍ਹਾਂ ਨੇ ਗੁਰੂ ਵੱਲ ਮੁਖ ਕਰ ਲਿਆ ਹੈ, ਜੋ ਗੁਰੂ ਤੋਂ ਮੁਖ ਨਹੀਂ ਫੇਰਦੇ, ਬਾਹਰ ਚੱਲਦੇ ਹੋਏ ਵੀ ਹਜੂਰ ਦਾ ਸ਼ਬਦ ਆਪਣੇ ਮਨ ਵਿੱਚ ਰੱਖਦੇ ਨੇ ਕਿ ਹਜੂਰ ਕਹਿੰਦੇ ਹਨ ਨਰ ਅਚੇਤ ਪਾਪ ਤੇ ਡਰ ਰੇ। ਮਹਾਰਾਜ ਜੀ ਕਹਿੰਦੇ ਹਨ ਪ੍ਰਤੱਖ ਪਾਪਾਂ ਤੋਂ ਤਾਂ ਡਰਨਾ ਹੈ, ਜੇ ਅਚੇਤ ਪਾਪ ਵੀ ਹੁੰਦੇ ਹਨ ਡਰਿਆ ਕਰ। ਇਹ ਗੁਰਮੁਖਾਂ ਦੇ ਸਾਧ ਸੰਗਤ ਜੀ ਲੱਛਣ ਹੋਇਆ ਕਰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਗੁਰਮੁਖ ਜਾਗ ਚੁੱਕੇ ਹਨ, ਉਹਨਾਂ ਦੀ ਜਿਹੜੀ ਅਗਿਆਨਤਾ ਦੀ ਰਾਤ ਹੁਣ ਚਲੇ ਗਈ ਹੈ। ਅਣਦਿਨ ਭੋਰ ਭਇਆ ਸਾਚ ਸਮਾਣੀ ਰਾਮ, ਹੁਣ ਰਾਤ ਦਿਨ ਚੜਿਆ ਰਹਿੰਦਾ ਹੈ ਉਹਨਾਂ ਦੇ, ਤੇ ਸੱਚ ਦੇ ਵਿੱਚ ਸਮਾਏ ਰਹਿੰਦੇ ਹਨ। ਕਹਾਂ ਗਾਫਲ ਸੋਇਆ, ਦੇਖ ਕਿੱਥੇ ਜਿੱਥੇ ਗਾਫਲ ਹੋ ਕੇ ਸੁੱਤੇ ਪਏ ਸੀ, ਹੁਣ ਕਹਿੰਦੇ ਹਨ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਕਹਿੰਦੇ ਹਨ ਗੁਰੂ ਦੇ ਸ਼ਬਦ ਨੇ ਸਾਨੂੰ ਉਹ ਰਸਤਾ ਜਿੱਥੇ ਸੰਨ ਲਾਈ ਹੋਈ ਸੀ ਇਹਨਾਂ ਚੋਰਾਂ ਨੇ,
ਉਹ ਸਾਨੂੰ ਦਿਖਾ ਦਿੱਤਾ ਹੈ ਕਿ ਦੇਖ ਤੇਰੇ ਨੇਤਰਾਂ ਰਾਹੀਂ ਤੇਰਾ ਮਨ ਬਾਹਰ ਜਾਂਦਾ ਸੀ, ਵਿਸ਼ੇ ਭੋਗਦਾ ਸੀ, ਕੰਨ ਤੇਰੇ ਨਿੰਦਾ ਵੱਲ ਜਾਂਦੇ ਨੇ ਬੰਦਿਆ। ਹਜੂਰ ਕਹਿੰਦੇ ਹਨ ਗੁਰ ਦਿਖਲਾਈ ਮੋਰੀ। ਹੁਣ ਗੁਰੂ ਜੀਆਂ ਨੇ ਉਹ ਮੋਰੀ ਦਿਖਾ ਦਿੱਤੀ ਹੈ ਜਿੱਧਰੋਂ ਦੀ ਇਹ ਚੋਰ ਬਾਹਰੋਂ ਚੀਜ਼ਾਂ ਚੁੱਕ ਚੁੱਕ ਕੇ ਲੈ ਕੇ ਆਉਂਦਾ ਸੀ। ਮੂੰਦ ਲਈਏ ਦਰਵਾਜ਼ੇ, ਹੁਣ ਅਸੀਂ ਆਪਣੇ ਦਰਵਾਜ਼ੇ ਬੰਦ ਕਰ ਲਏ ਹਨ। ਬਾਜੀਲੇ ਅਨਹਦ ਬਾਜੇ, ਅਨਾਹਦ ਬਾਜੇ ਹੁਣ ਅੰਦਰ ਵੱਜਦੇ ਹਨ। ਇਹ ਗੁਰਸਿੱਖ ਮਹਾਰਾਜ ਜੀ ਕਹਿੰਦੇ ਹਨ ਜਾਗ ਚੁੱਕੇ ਹਨ। ਪਰ ਆਪਾਂ ਵੀ ਅਰਦਾਸ ਕਰੀਏ ਮਹਾਰਾਜ ਜੀ, ਸਾਨੂੰ ਸੁਣ ਕੇ ਤਾਂ ਬੜਾ ਆਨੰਦ ਆਉਂਦਾ ਹੈ ਕਿ ਆਪ ਜੀਆਂ ਦੇ ਗੁਰਸਿੱਖਾਂ ਨੂੰ ਕਿੰਨਾ ਆਨੰਦ ਆਉਂਦਾ ਹੋਵੇਗਾ, ਪਰ ਹਜੂਰ ਕਥਾ ਵਿੱਚ ਸੁਣਿਆ ਹੈ ਕਿ ਇਸ ਤਰ੍ਹਾਂ ਹੁੰਦਾ ਹੈ। ਸਾਡੇ ਤੇ ਵੀ ਕਿਰਪਾ ਕਰੋ ਮਹਾਰਾਜ ਜੀ। ਉਮਰ ਲੰਘਦੀ ਜਾਂਦੀ ਹੈ, ਧੌਲੇ ਆ ਗਏ ਨੇ ਮੁਖ ਤੇ, ਪਤਾ ਨਹੀਂ ਮਹਾਰਾਜ ਜੀ ਮੌਤ ਦਾ ਡਰ ਲੱਗਿਆ ਰਹਿੰਦਾ ਹੈ। ਕਿਤੇ ਮਹਾਰਾਜ ਜੀ ਇਦਾਂ ਹੀ ਇਹ ਮਿਲੀ ਹੋਈ ਦੇਹੀ ਕਿਤੇ ਚਲੀ ਜਾਵੇ। ਅਸੀਂ ਵੀ ਹਜੂਰ ਆਪ ਜੀਆਂ ਦੇ ਸ਼ਬਦ ਵਿੱਚ ਜਾਗ ਪਈਏ। ਜੋ ਤਨ ਉਪਜਿਆ ਸੰਗ ਹੀ। ਮਹਾਰਾਜ ਜੀ ਫਰਮਾਉਂਦੇ ਹਨ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜੂਰ ਸਾਧ ਸੰਗਤ ਜੀ ਸੁਚੇਤ ਕਰਦੇ ਹਨ ਸਾਨੂੰ ਕਿ ਜੋ ਤੇਰਾ ਤਨ ਤੇਰੇ ਨਾਲ ਉਪਜਿਆ ਹੈ। ਹਜੂਰ ਸਾਧ ਸੰਗਤ ਜੀ ਡਰਾਉਂਦੇ ਨਹੀਂ। ਹਜੂਰ ਸਾਧ ਸੰਗਤ ਜੀ ਜਿਸ ਤਰ੍ਹਾਂ ਕਹਿੰਦੇ ਹਨ ਅਲਰਟ ਕਰ ਰਹੇ ਹਨ ਕਿ ਜੋ ਤੇਰਾ ਇਹ ਤਨ ਤੇਰੇ ਨਾਲ ਤੂੰ ਕਹਿੰਦਾ ਹੈ ਉਪਜਿਆ ਹੈ, ਸੋ ਭੀ ਸੰਗ ਨਾ ਹੋਇਆ। ਉਹ ਭੀ ਸੰਗ ਨਾ ਹੋਆ, ਭਾਵ ਇਹ ਤਨ ਨੇ ਵੀ ਤੇਰੇ ਨਾਲ ਨਹੀਂ ਹੋ ਜਾਣਾ। ਜਿਸ ਤਰ੍ਹਾਂ ਸਾਧ ਸੰਗਤ ਜੀ ਭਗਤ ਫਰੀਦ ਜੀਆਂ ਨੂੰ ਪੁੱਛਦੇ ਹਨ, ਜਿਸ ਤਰ੍ਹਾਂ ਭਗਤ ਜੀ ਕਿ ਕੌਣ ਜਾਗ ਰਹੇ ਹਨ ਇਸ ਸੰਸਾਰ ਦੇ ਵਿੱਚ। ਹਜੂਰ ਸਾਨੂੰ ਕਿਰਪਾ ਕਰਕੇ ਦੱਸੋ ਭਗਤ ਜੀ, ਇਸ ਸੰਸਾਰ ਦੇ ਵਿੱਚ ਕੋਈ ਜਾਗਦਾ ਵੀ ਹੈ? ਤਾਂ ਉਸ ਸਮੇਂ ਜਿਸ ਤਰ੍ਹਾਂ ਭਗਤ ਜੀਆਂ ਨੇ ਕਿਹਾ ਸੀ, ਜਾਗੇ ਸੁਖਦੇਵ ਅਰ ਅਕਰੂਰ। ਸੁਖਦੇਵ ਮੁਨੀ ਵਰਗੇ ਜਾਗੇ ਹਨ। ਇਹ ਸੁਖਦੇਵ ਮੁਨੀ ਬਿਆਸ ਰਿਖੀ ਦੇ ਪੁੱਤਰ ਹੋਏ ਹਨ। ਜਿਸ ਸਮੇਂ ਬਿਆਸ ਰਿਖੀ ਨੇ ਆਖਿਆ ਸੀ ਕੁਝ ਉਪਦੇਸ਼ ਲੈ ਲਾ, ਤਾਂ ਸੁਖਦੇਵ ਮੁਨੀ ਕਹਿੰਦਾ ਸੀ ਮੈਂ ਤਾਂ ਉਪਰਾਮ ਹਾਂ, ਭਾਵ ਸੰਸਾਰ ਦੀਆਂ ਚੀਜ਼ਾਂ ਛੱਡ ਦਿੱਤੀਆਂ ਨੇ, ਮੈਂ ਕੀ ਉਪਦੇਸ਼ ਲੈਣਾ ਹੈ। ਉਸ ਸਮੇਂ ਬਿਆਸ ਰਿਖੀ ਨੇ ਜਿਸ ਤਰ੍ਹਾਂ ਸਾਧ ਸੰਗਤ ਜੀ ਜਨਕ ਰਾਜੇ ਕੋਲ ਭੇਜਿਆ ਸੀ ਉਪਦੇਸ਼ ਲੈਣ ਵਾਸਤੇ। ਜਿਸ ਸਮੇਂ ਸੁਖਦੇਵ ਰਿਸ਼ੀ ਜਾਂਦਾ ਹੈ ਜਨਕ ਰਾਜੇ ਦੇ ਮਹਿਲ ਵੇਖ ਕੇ, ਆਪਣੀ ਤੂੰਬੀ ਤੇ ਫੌੜੀ ਜੀ ਛੋਟੀ ਜੀ ਉਹ ਬਾਹਰ ਰੱਖ ਦਿੰਦਾ ਹੈ। ਆਪ ਅੰਦਰ ਜਾਂਦਾ ਹੈ, ਵੇਖ ਕੇ ਮਨ ਵਿੱਚ ਫੁਰਨੇ ਕਰਦਾ ਹੈ ਕਿ ਰਾਜਾ ਇਹ ਕਿਵੇਂ ਭਗਤ ਹੋ ਸਕਦਾ ਹੈ, ਇਹ ਤਾਂ ਗ੍ਰਸਤੀ ਹੈ। ਐਡਾ ਮਹਿਲ, ਇਹ ਤਾਂ ਸੋਨੇ ਦੀ ਭਾਵ ਕੁਰਸੀ ਤੇ ਬੈਂਦਾ ਹੈ, ਮੈਂ ਤਾਂ ਉਪਰਾਮ ਹਾਂ, ਇਹ ਮੈਨੂੰ ਕੀ ਉਪਦੇਸ਼ ਦੇਵੇਗਾ। ਉਸ ਸਮੇਂ ਸਾਧ ਸੰਗਤ ਜੀ ਜਨਕ ਰਾਜਾ ਜਿਸ ਸਮੇਂ ਉਸਨੇ ਕੀ ਵਰਤਾਇਆ ਕਿ ਆਪਣੇ ਸਾਧ ਸੰਗਤ ਜੀ ਇੱਕ ਤਰੀਕੇ ਨਾਲ ਅੱਗ ਲਾ ਦਿੱਤੀ। ਜਿਸ ਸਮੇਂ ਆ ਕੇ ਸਿਪਾਹੀ ਦੱਸਦੇ ਨੇ ਰਾਜਾ ਅੱਗ ਲੱਗ ਗਈ ਹੈ। ਰਾਜਾ ਕਹਿੰਦਾ ਹੈ ਕੋਈ ਨਾ ਬੈਠ ਜਾਵੋ। ਮਹਾਰਾਜ ਜੀ ਅੱਗ ਦਰਵਾਜ਼ੇ ਤਿੱਕਰ ਆ ਗਈ ਹੈ। ਉਸ ਸਮੇਂ ਸੁਖਦੇਵ ਰਿਸ਼ੀ ਭੱਜ ਕੇ ਆਪਣੀ ਲੈਣ ਜਾਂਦਾ ਹੈ ਉਹ ਤੂੰਬੀ ਤੇ ਫੌੜੀ। ਜਿਸ ਸਮੇਂ ਰਾਜਾ ਜਨਕ ਪੁੱਛਦਾ ਹੈ ਕਿ ਇਹ ਬਰਕਤ ਤੂੰ ਤਾਂ ਕਹਿੰਦਾ ਸੈ ਉਪਰਾਮ ਹੋ ਗਿਆ ਹੈ, ਇਹ ਕੀ ਹੋਇਆ? ਭਾਵ ਤੂੰ ਤਾਂ ਆਪਣੀ ਤੂੰਬੀ ਫੌੜੀ ਲੈਣ ਵਾਸਤੇ ਭੱਜ ਗਿਆ ਹੈ, ਦੇਖ ਸਾਡੇ ਮਹਿਲ ਸੜ ਰਹੇ ਸੀ, ਸਾਨੂੰ ਕੋਈ ਮਾਣ ਨਹੀਂ ਹੈ। ਉਸ ਸਮੇਂ ਕਿਹਾ ਰਾਜਾ ਮੈਂ ਤਾਂ ਵੇਖਿਆ ਸੀ ਤੁਸੀਂ ਸੋਨੇ ਦੇ ਸਿੰਘਾਸਣ ਤੇ ਬੈਠੇ ਹੋ। ਉਹ ਰਾਜਾ ਨੇ ਫਿਰ ਆਖਿਆ ਜਨਕ ਰਾਜਾ ਜੀਆਂ ਨੇ ਇਹ ਕਿਹੜਾ ਮੇਰੀ ਛਾਤੀ ਵਿੱਚ ਤਖਤ ਗੱਡਿਆ ਹੋਇਆ ਹੈ, ਇਹ ਤਾਂ ਹਜੂਰ ਦੀਆਂ ਦਿੱਤੀਆਂ ਦਾਤਾਂ ਨੇ। ਉਸ ਸਮੇਂ ਸਾਧ ਸੰਗਤ ਜੀ ਸੁਖਦੇਵ ਰਿਸ਼ੀ ਨੇ ਪੁੱਛਿਆ ਸੀ ਮਹਾਰਾਜ ਜੀ ਆਪ ਇੰਨੀਆਂ ਚੀਜ਼ਾਂ ਦੇ ਵਿੱਚ ਉਪਰਾਮ ਕਿਵੇਂ ਰਹਿੰਦੇ ਹੋ। ਉਸ ਸਮੇਂ ਜਿਸ ਤਰ੍ਹਾਂ ਰਾਜੇ ਜਨਕ ਨੇ ਇੱਕ ਤੇਲ ਦਾ ਕਟੋਰਾ ਦਿੱਤਾ, ਉਸ ਨੂੰ ਕਿਹਾ ਕਿ ਸਾਰੇ ਬਾਜ਼ਾਰ ਦਾ ਚੱਕਰ ਲਾ ਕੇ ਆ, ਨੱਕੋ ਨੱਕ ਕਟੋਰਾ ਭਰ ਦਿੱਤਾ, ਜੇ ਤੇਲ ਨਹੀਂ ਡੁੱਲਣਾ ਚਾਹੀਦਾ। ਉਹ ਸਾਧ ਸੰਗਤ ਜੀ ਸੁਖਦੇਵ ਮੁਨੀ ਬੜੇ ਪ੍ਰੇਮ ਦੇ ਨਾਲ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚੋਂ ਘੁੰਮ ਕੇ ਆਉਂਦਾ ਹੈ, ਤਰ੍ਹਾਂ ਤਰ੍ਹਾਂ ਦੇ ਬਾਜ਼ਾਰ ਦੇ ਵਿੱਚੋਂ ਲੰਘ ਕੇ ਜਿਸ ਸਮੇਂ ਆਇਆ ਤਾਂ ਉਸ ਸਮੇਂ ਰਾਜੇ ਜਨਕ ਨੇ ਪੁੱਛਿਆ ਕਿ ਹੇ ਸੁਖਦੇਵ ਮੁਨੀ ਤੂੰ ਕੀ ਵੇਖਿਆ ਬਾਜ਼ਾਰ ਵਿੱਚ। ਸੁਖਦੇਵ ਮੁਨੀ ਕਹਿੰਦਾ ਹੈ ਮੇਰੀ ਤੇਲ ਤੋਂ ਪਰਾਂ ਅੱਖ ਗਈ ਨਹੀਂ, ਜੇ ਪਰਾਂ ਜਾਂਦੀ ਤੇਲ ਡੁੱਲ ਜਾਣਾ ਸੀ। ਤਾਂ ਉਸ ਸਮੇਂ ਰਾਜੇ ਜਨਕ ਦੇ ਜਿਸ ਤਰ੍ਹਾਂ ਸਮਝ ਪੈ ਗਈ ਉਹਨੂੰ ਕਿ ਇਹਨਾਂ ਦੀ ਬਿਰਤੀ ਤਾਂ ਤੇਲ ਰੂਪੀ ਨਾਮ ਵਿੱਚ ਲੱਗੀ ਰਹਿੰਦੀ ਹੈ, ਜੇ ਨਾਮ ਵਿੱਚੋਂ ਗੁਰਸਿੱਖ ਨਿਕਲਣ
ਤਾਂ ਹੀ ਦੁਨੀਆ ਦੇ ਇਹਨਾਂ ਨੂੰ ਤਮਾਸ਼ੇ ਦਿਖਣ। ਉਸ ਸਮੇਂ ਸਾਧ ਸੰਗਤ ਜੀ ਉਪਦੇਸ਼ ਮੰਗਿਆ ਸੁਖਦੇਵ ਮੁਨੀ ਨੇ। ਰਾਜੇ ਜਨਕ ਨੇ ਕਿਹਾ ਕਿ ਕਹਿੰਦੇ ਹਨ ਕਿ ਅਸੀਂ ਹੁਣ ਯੱਗ ਕਰਨ ਤੋਂ ਬਾਅਦ ਤੈਨੂੰ ਉਪਦੇਸ਼ ਦੇਵਾਂਗੇ, ਬਾਹਰ ਖੜ ਜਾ। ਜਿਸ ਸਮੇਂ ਬਾਹਰ ਖੜਾ, ਯੱਗ ਸੰਪੂਰਨ ਹੋਇਆ। ਜਿਹੜੇ ਤੇਲ ਦੇ ਭਾਵ ਜਿਨ੍ਹਾਂ 'ਚ ਪ੍ਰਸ਼ਾਦਾ ਛਕਿਆ ਸੀ ਸਾਰਿਆਂ ਨੇ, ਉਹ ਪਾਤਰ ਉਹ ਸਭ ਇਸ ਤਰ੍ਹਾਂ ਬਾਹਰ ਸੁੱਟੇ। ਜੋ ਸੁਖਦੇਵ ਮੁਨੀ ਸੀ ਸਾਧ ਸੰਗਤ ਜੀ, ਜਿਸ ਤਰ੍ਹਾਂ ਝੂਠਾ ਭੋਜਨ ਉਸ ਤੇ ਪਿਆ, ਪੱਤਰਾਂ ਵਿੱਚ ਨੱਪਿਆ ਗਿਆ, ਬ੍ਰਾਹਮਣ ਹੋਣ ਦੇ ਬਾਵਜੂਦ ਵੀ ਮਨ ਵਿੱਚ ਹੰਕਾਰ ਨਾ ਆਇਆ। ਉਸ ਸਮੇਂ ਰਾਜੇ ਜਨਕ ਨੇ ਸਾਧ ਸੰਗਤ ਜੀ ਉਪਦੇਸ਼ ਪਾ ਕੇ ਨਿਹਾਲ ਹੋਇਆ। ਇਹ ਹਜੂਰ ਕਹਿੰਦੇ ਨੇ ਇਸ ਤਰ੍ਹਾਂ ਸੁਖਦੇਵ ਮੁਨੀ ਵਰਗੇ, ਰਾਜੇ ਜਨਕ ਵਰਗੇ ਜਾਗੇ ਹੋਏ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਕਿਰਪਾ ਕਰਨ। ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਗੁਰਮੁਖ ਜਾਗ ਰਹੇ, ਕਿ ਸਾਡੇ ਗੁਰਮੁਖ ਵੀ ਜਾਗ ਰਹੇ ਹਨ। ਮਹਾਰਾਜ ਜੀ ਕਿਰਪਾ ਕਰਨ। ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਮਹਾਰਾਜ ਜੀ ਕਹਿੰਦੇ ਹਨ ਇਸ ਤਨ ਨੇ ਵੀ ਤੇਰੇ ਨਾਲ ਨਹੀਂ ਹੋ ਜਾਣਾ, ਚੇਤੇ ਕਰ ਲਿਆ ਕਰ। ਮਹਾਰਾਜ ਜੀ ਕਿਰਪਾ ਕਰਨ। ਅੱਜ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦਿਵਸ ਹੈ। ਆਪ ਸਰਬੱਤ ਸੰਗਤਾਂ ਨੂੰ ਸਵਾਸ ਸਵਾਸ ਵਧਾਈ ਹੋਵੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਤੇ ਅੱਜ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਜਿਸ ਤਰ੍ਹਾਂ ਬਚਨ ਕਹਿੰਦੇ ਹਨ, ਜਿਨ ਪੈ ਬਾਣੀ ਅਦਬਨਾ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਸਾਨੂੰ ਵੀ ਸਾਧ ਸੰਗਤ ਜੀ ਜੇ ਆਪਾਂ ਮਹਾਰਾਜ ਜੀਆਂ ਦੀ ਸੰਥਿਆ ਲਈਏ, ਸੰਥਿਆ ਲੈਣ ਤੋਂ ਪਹਿਲਾਂ ਹਜੂਰ ਦੀ ਗੁਰਬਾਣੀ ਦਾ ਅਦਬ ਕਰਨਾ ਸਿੱਖੀਏ। ਕਿਸ ਤਰ੍ਹਾਂ ਸਤ ਸੰਗਤ ਵਿੱਚ ਆ ਕੇ ਸੱਜ ਬੈਠੀਦਾ ਹੈ, ਕਿਸ ਤਰ੍ਹਾਂ ਸੰਗਤ 'ਚ ਆ ਕੇ ਲੜਾਈ ਝਗੜੇ ਨਹੀਂ ਕਰੀਦੇ। ਆਰਾਮ ਨਾਲ ਹਜੂਰ ਦਾ ਹੁੰਦਾ ਕੀਰਤਨ ਸੁਣੀਦਾ, ਕਥਾ ਸੁਣੀਦੀ ਹੈ। ਕਿਸੇ ਨਾਲ ਐਵੇਂ ਫੋਨ ਨਹੀਂ ਚਲਾਈਦੇ, ਫੋਟੋਆਂ ਨਹੀਂ ਖਿੱਚੀਦੀਆਂ, ਇੱਧਰ ਉੱਧਰ ਨਹੀਂ ਵੇਖੀਦਾ। ਸਾਨੂੰ ਵੀ ਸੋਝੀ ਆਵੇ। ਮਹਾਰਾਜ ਜੀ ਕਿਰਪਾ ਕਰਨ। ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਹਜ਼ੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਪਾਵਨ